ਇਹ ਜੋ ਕੁਰਾਨ ਸ਼ਰੀਫ ਤੁਸੀਂ ਦੇਖ ਰਹੇ ਹੋ, ਇਹ ਕਿਸੇ ਪ੍ਰਿੰਟਿੰਗ ਪ੍ਰੈਸ ਵਿੱਚ ਨਹੀਂ ਛਪਿਆ, ਸਗੋਂ ਇਹ ਇੱਕ ਹੱਥ ਲਿਖਤ ਹੈ। ਲਿਖਾਈ ਦੀ ਖੂਬਸੂਰਤੀ ਦੇਖਣਯੋਗ ਹੈ। ਅੱਖਰਾਂ ਦੀ ਬਣਤਰ ਤੇ ਸਜਾਵਟ ਦੇਖ ਕੇ ਯਕੀਨ ਨਹੀਂ ਹੁੰਦਾ ਕਿ ਇਹ ਮਨੁੱਖੀ ਹੱਥਾਂ ਦਾ ਕਾਰਨਾਮਾ ਹੈ। ਇਹ ਉਸ ਜ਼ਮਾਨੇ ਵਿੱਚ ਲਿਖਿਆ ਗਿਆ ਸੀ ਜਦੋਂ ਛਪਾਈ ਦੀ ਸਹੂਲਤ ਨਹੀਂ ਸੀ। ਛਪਾਈ ਦਾ ਪ੍ਰਚਲਨ ਘੱਟ ਹੋਣ ਕਰਕੇ ਕਿਤਾਬਾਂ ਨੂੰ ਹੱਥੀਂ ਲਿਖ ਕੇ ਪ੍ਰਕਾਸ਼ਿਤ ਕਰਨ ਦਾ ਰਿਵਾਜ ਸੀ। ਇਸ ਦੇ ਪੰਨੇ ਅਤੇ ਜਿਲਦ ਦੀ ਹਾਲਤ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿੰਨਾ ਪੁਰਾਣਾ ਹੋਵੇਗਾ। ਪਾਕ ਕੁਰਾਨ ਸ਼ਰੀਫ ਦਾ ਇਹ ਨੁਸਖਾ ਸਾਂਭਿਆ ਹੋਇਆ ਹੈ ਜਨਾਬ ਮੁਹੰਮਦ ਯੂਨਸ ਅੰਸਾਰੀ ਸਾਹਿਬ ਨੇ, ਜੋ ਕਿ ਉਹਨਾਂ ਦੇ ਦਾਦਾ ਜੀ ਨੇ ਆਪਣੇ ਹੱਥੀਂ ਲਿਖਿਆ ਸੀ। ਪੰਜਾਬ ਦੇ ਸ਼ਹਿਰ ਕਪੂਰਥਲਾ ਦੇ ਮੁਹੱਲਾ ਸੀਨਪੁਰ ਦੇ ਵਸਨੀਕ ਅੰਸਾਰੀ ਸਾਹਿਬ ਦੀ ਪਰਸਨਲ ਲਾਇਬ੍ਰੇਰੀ ਵਿੱਚ ਰੱਖਿਆ ਇਹ ਪਵਿੱਤਰ ਕੁਰਾਨ ਸ਼ਰੀਫ ਬੇਹੱਦ ਕੀਮਤੀ ਹੈ। ਇਹ ਕੁਰਾਨ ਮਜੀਦ ਸਾਡੇ ਦਾਦਾ ਜਾਨ ਮਰਹੂਮ ਰਹਿਮਤ ਅਲੀ ਸਾਹਿਬ ਨੇ ਲਿਖਿਆ, ਔਰ ਜਿਸ ਦੌਰ ਦੇ ਵਿੱਚ ਉਹਨਾਂ ਨੇ ਕੁਰਾਨ ਸ਼ਰੀਫ ਲਿਖਿਆ ਉਸ ਦੌਰ ਦੇ ਵਿੱਚ ਪ੍ਰਿੰਟਿੰਗ ਵਗੈਰਾ ਦਾ ਰਿਵਾਜ ਨਹੀਂ ਸੀ। ਉਸ ਵੇਲੇ ਜਿੰਨੀਆਂ ਵੀ ਕਿਤਾਬਾਂ ਦਸਤਿਆਬ ਸਨ ਤਕਰੀਬਨ ਉਹ ਸਾਰੀਆਂ ਹੱਥ ਲਿਖਤ ਹੁੰਦੀਆਂ ਸਨ। ਇਸ ਕਰਕੇ ਉਹਨਾਂ ਨੇ ਇਸ ਕੁਰਾਨ ਸ਼ਰੀਫ ਨੂੰ ਹੱਥ ਲਿਖਤ ਤਿਆਰ ਕੀਤਾ। ਉਸ ਦੌਰ ਦੇ ਵਿੱਚ ਬੜੀ ਕਾਗਜ਼ ਦੀ ਵੀ ਕਿੱਲਤ ਹੁੰਦੀ ਸੀ। ਜਿਸ ਤਰ੍ਹਾਂ ਅੱਜ ਦੇ ਦੌਰ ਦੇ ਵਿੱਚ ਕਾਗਜ਼ ਜਾਂ ਪ੍ਰਿੰਟਿੰਗ ਦੇ ਸਾਧਨ ਮੌਜੂਦ ਨੇ, ਉਸ ਟਾਈਮ ਬਿਲਕੁਲ ਇਹੋ ਜਿਹਾ ਸਾਧਨ ਕੋਈ ਮੌਜੂਦ ਨਹੀਂ ਸੀ। ਔਰ ਉਸ ਵੇਲੇ ਲਿਖਣ ਵਾਸਤੇ ਅੱਜ ਕੱਲ੍ਹ ਨਵੇਂ ਟੈਕਨੀਕ ਦੀ ਆ ਰਹੀ ਹੈ ਲਿਖਾਈ ਲਈ, ਪਰ ਉਸ ਵੇਲੇ ਕੰਡੇ ਜਾਂ ਜਿਹਨੂੰ ਅਸੀਂ ਕਾਨਾ ਕਹਿੰਦੇ ਪੰਜਾਬੀ ਦੇ ਵਿੱਚ, ਇਹਦੇ ਕਲਮ ਜਾਂ ਨਰਕਲ ਜਿਹਨੂੰ ਕਹਿੰਦੇ ਉਹਦੀ ਕਲਮ ਬਣਾ ਕੇ ਤੇ ਸਿਆਹੀ ਘੋਲ ਕੇ ਦੀਵਾਰ ਦੇ ਵਿੱਚ ਰੱਖ ਕੇ ਉਹ ਲਿਖਿਆ ਜਾਂਦਾ ਸੀਗਾ। ਇਸ ਹੱਥੀਂ ਲਿਖੀ ਕੁਰਾਨ ਸ਼ਰੀਫ ਨੂੰ ਇੱਕ ਅੰਦਾਜ਼ੇ ਮੁਤਾਬਿਕ 5 ਤੋਂ 7 ਵਰ੍ਹਿਆਂ ਵਿੱਚ ਪੂਰਾ ਕੀਤਾ ਗਿਆ। ਇਸ ਦੇ ਸੰਪੂਰਨ ਹੋਣ ਵਾਲਾ ਦਿਨ, ਮਹੀਨਾ ਅਤੇ ਸਨ ਚੰਗੇ ਭਾਗੀ ਇਸ ਦੇ ਆਖਰੀ ਪੰਨੇ ਤੇ ਦਰਜ ਹੈ। ਆਰੰਭ ਤੋਂ ਸੰਪੂਰਨ ਹੋਣ ਤੱਕ ਦਾ ਕੁੱਲ ਸਮਾਂ ਮਿਲਾ ਕੇ ਇਹ ਹੱਥ ਲਿਖਤ 200 ਸਾਲ ਤੋਂ ਵੀ ਵਧੇਰੇ ਪੁਰਾਣੀ ਹੈ। ਇਸ ਦੇ ਆਖਰੀ ਪੰਨੇ ਤੇ ਸੰਪੂਰਨ ਹੋਣ ਦੀ ਜੋ ਮਿਤੀ ਅੰਕਿਤ ਹੈ ਉਹ ਹਿਜਰੀ ਕੈਲੰਡਰ ਦੇ ਅਨੁਸਾਰ ਹੈ ਅਤੇ ਇਹ ਮਿਤੀ ਹੈ 2 ਮੁਹੱਰਮ 1244 ਹਿਜਰੀ, ਅਰਥਾਤ ਹਿਜਰੀ ਕੈਲੰਡਰ ਦਾ ਸਾਲ 1244 ਹੈ ਅਤੇ ਪਹਿਲੇ ਮਹੀਨੇ ਮੁਹੱਰਮ ਦੀ 2 ਤਰੀਕ ਹੈ। ਪਰੰਤੂ ਜੇਕਰ ਈਸਵੀ ਕੈਲੰਡਰ ਮੁਤਾਬਿਕ ਹਿਸਾਬ ਲਗਾਇਆ ਜਾਵੇ ਤਾਂ ਇਹ ਮਿਤੀ ਬਣਦੀ ਹੈ 12 ਜੁਲਾਈ 1828 ਈਸਵੀ। 19ਵੀਂ ਸਦੀ ਦੇ ਤੀਜੇ ਦਹਾਕੇ ਦੇ ਅੰਤ ਵਿੱਚ ਪੂਰਾ ਹੋਇਆ ਕੁਰਾਨ ਸ਼ਰੀਫ ਦਾ ਇਹ ਨੁਸਖਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਲੀਆ ਦੇ ਇੱਕ ਨਿੱਕੇ ਜਿਹੇ ਪਿੰਡ ਪਿਪਰਾ ਕਲਾਂ ਵਿੱਚ ਲਿਖਿਆ ਗਿਆ ਸੀ, ਜੋ ਕਿ ਜਨਾਬ ਮੁਹੰਮਦ ਯੂਨਸ ਅੰਸਾਰੀ ਸਾਹਿਬ ਦੇ ਦਾਦਾ ਜਨਾਬ ਰਹਿਮਤ ਅਲੀ ਮੀਆਂ ਸਾਹਿਬ ਨੇ ਆਪਣੇ ਮੁਬਾਰਕ ਹੱਥਾਂ ਨਾਲ ਲਿਖਿਆ ਸੀ। ਪਹਿਲਾਂ ਇਸ ਨੂੰ ਤਿਲਾਵਤ ਕਰਨ ਦੇ ਮਕਸਦ ਨਾਲ ਘਰ ਵਿੱਚ ਹੀ ਰੱਖਿਆ ਗਿਆ ਸੀ ਅਤੇ ਬਾਅਦ ਵਿੱਚ ਇਸ ਨੂੰ ਪਿੰਡ ਦੀ ਮਸਜਿਦ ਵਿੱਚ ਰੱਖ ਦਿੱਤਾ ਗਿਆ ਸੀ ਤਾਂ ਜੋ ਆਮ ਜਨਤਾ ਵੀ ਇਸ ਦਾ ਪਾਠ ਕਰਕੇ ਸਵਾਬ ਹਾਸਿਲ ਕਰ ਸਕੇ। ਇਸੇ ਦੌਰਾਨ ਨਵੰਬਰ 2007 ਈਸਵੀ ਵਿੱਚ ਜਦੋਂ ਅੰਸਾਰੀ ਸਾਹਿਬ ਆਪਣੇ ਜੱਦੀ ਪਿੰਡ ਗਏ ਤਾਂ ਆਪਣੇ ਵਡੇਰਿਆਂ ਦੀਆਂ ਸਾਂਭੀਆਂ ਹੋਰ ਪੁਰਾਣੀਆਂ ਕਿਤਾਬਾਂ ਦੇ ਨਾਲ ਇਹ ਕੁਰਾਨ ਮਜੀਦ ਵੀ ਲੈ ਆਏ ਅਤੇ ਇਸ ਕੁਰਾਨ ਮਜੀਦ ਦੀ ਜਗ੍ਹਾ ਦੂਸਰਾ ਛਪਿਆ ਕੁਰਾਨ ਮਜੀਦ ਰਖਵਾ ਦਿੱਤਾ। ਇੰਜ ਇਹ ਦੁਰਲਭ ਨੁਸਖਾ ਕਪੂਰਥਲਾ ਵਿਖੇ ਸਥਿਤ ਆਪ ਜੀ ਦੇ ਘਰ ਵਿੱਚ ਪਹੁੰਚ ਗਿਆ ਅਤੇ ਆਪ ਦੀ ਨਿੱਜੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਿਆ। ਸਾਡੀ ਲਾਇਬ੍ਰੇਰੀ ਤੱਕ ਇਸ ਤਰ੍ਹਾਂ ਪਹੁੰਚਿਆ ਕਿ ਜਦੋਂ ਅਸੀਂ ਪਿੰਡ ਗਏ ਹਾਂ, ਪਿੰਡ ਦੇ ਵਿੱਚ ਸਾਡੇ ਦੂਜੇ ਦਾਦੇ ਦੇ ਔਰ ਪੋਤਰੇ ਨੇ ਲਿਆ ਕੇ ਉੱਥੇ ਮਸਜਿਦ ਵਿੱਚ ਰੱਖ ਦਿੱਤਾ ਸੀ। ਜਦੋਂ ਅਸੀਂ ਦੇਖਿਆ ਕਿ ਇੱਕ ਮਿੱਟੀ ਘੱਟਾ ਇਹਦੇ ਚ ਪਿਆ ਸੀ, ਕੋਈ ਪੜ੍ਹ ਨਹੀਂ ਰਿਹਾ ਸੀ ਤੇ ਇਹਦੀ ਹਾਲਤ ਖਰਾਬ ਹੋ ਰਹੀ ਸੀ, ਇਸ ਕਰਕੇ ਇਸ ਨੂੰ ਅਸੀਂ ਸਾਂਭ ਸੰਭਾਲ ਦੀ ਨੀਅਤ ਨਾਲ ਇੱਥੇ ਆਪਣੇ ਨਾਲ ਪੰਜਾਬ 'ਚ ਲਿਆਂਦਾ। ਉਹਦੀ ਜਗ੍ਹਾ ਇੱਕ ਨਵਾਂ ਕੁਰਾਨ ਸ਼ਰੀਫ ਜਿਹੜਾ ਅੱਜ ਕੱਲ੍ਹ ਪ੍ਰਿੰਟਡ ਆ, ਮਸ਼ੀਨ ਦੀ ਛਪਾਈ ਵਾਲਾ, ਉਹ ਕੁਰਾਨ ਸ਼ਰੀਫ ਰੱਖ ਦਿੱਤਾ ਗਿਆ ਤਾਂ ਕਿ ਜੇ ਲੋਕ ਪੜ੍ਹਨਾ ਚਾਹੁਣ ਤੇ ਉਸ ਨੂੰ ਪੜ੍ਹ ਸਕਣ। ਅੰਸਾਰੀ ਸਾਹਿਬ ਦੇ ਕਹਿਣ ਅਨੁਸਾਰ ਉਹਨਾਂ ਦੇ ਵੱਡੇ ਵਡੇਰਿਆਂ ਨੇ ਆਪਣੇ ਹੱਥੀਂ ਲਿਖ ਕੇ ਇਸ ਤਰ੍ਹਾਂ ਦੇ ਹੋਰ ਨੁਸਖੇ ਮਸਜਿਦ ਵਿੱਚ ਰਖਵਾਏ ਸਨ, ਪਰ ਕਾਫੀ ਪੁਰਾਣੇ ਹੋਣ ਕਰਕੇ ਜਦ ਇਹਨਾਂ ਦੇ ਪੰਨੇ ਭੁਰਨ ਲੱਗੇ ਤਾਂ ਆਪ ਨੇ ਅਜਿਹੇ ਪੁਰਾਣੇ ਅਤੇ ਕਦੀਮ ਨੁਸਖਿਆਂ ਨੂੰ ਕਬਰਿਸਤਾਨ ਵਿੱਚ ਆਪਣੇ ਹੱਥੀਂ ਸਪੁਰਦੇ ਖਾਕ ਕਰ ਦਿੱਤਾ। ਜਦੋਂ ਮੈਂ ਬਚਪਨ ਦੇ ਵਿੱਚ ਨਾਦਾਨੀ ਦੇ ਵਿੱਚ ਉਸ ਨੂੰ ਦਫਨ ਕਰਤਾ ਸੀ, ਜਦ ਕੋਈ ਉਹਨੂੰ ਪੜ੍ਹ ਨਹੀਂ ਰਿਹਾ ਸੀ, ਸਿਰਫ ਜੁਜ਼ਦਾਨ ਦੇ ਵਿੱਚ ਰੱਖ ਕੇ ਟਾਕ ਉੱਤੇ ਜਾਂ ਹੋਰ ਪਿਆ ਹੁੰਦਾ ਸੀ, ਮਿੱਟੀ ਘੱਟਾ ਪੈਂਦਾ ਸੀ, ਇਸ ਕਰਕੇ ਮੈਂ ਉਸ ਨੂੰ ਦਫਨ ਕਰ ਦਿੱਤਾ ਸੀ। ਅੱਜ ਅਫਸੋਸ ਹੁੰਦਾ ਕਿ ਉਹ ਖਤਾਤੀ ਦਾ ਇੱਕ ਬਿਹਤਰੀਨ ਨਮੂਨਾ ਸੀ, ਉਸ ਨੂੰ ਸਾਂਭਣਾ ਚਾਹੀਦਾ ਸੀ। ਇਸ ਵੱਡੇ ਕਾਰਨਾਮੇ ਨੂੰ ਸਰ ਅੰਜਾਮ ਦੇਣ ਲਈ ਵੱਡੇ ਹੌਸਲੇ ਅਤੇ ਹਿੰਮਤ ਦੀ ਲੋੜ ਸੀ।
ਦਿਨੇ ਕੰਮਕਾਰ ਦੇ ਰੁਝੇਵਿਆਂ ਮਗਰੋਂ ਜਦੋਂ ਰਾਤ ਨੂੰ ਸਮਾਂ ਮਿਲਦਾ ਤਾਂ ਦੀਵੇ ਦੀ ਮੱਧਮ ਲੋਅ ਵਿੱਚ ਵੀ ਇਸ ਰੱਬੀ ਕਲਾਮ ਨੂੰ ਲਿਖਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਦਿਨ ਦੇ ਚਾਨਣ ਵਿੱਚ ਵੀ ਜਦੋਂ ਮੌਕਾ ਮਿਲਦਾ ਮੀਆਂ ਸਾਹਿਬ ਥੋੜ੍ਹਾ ਥੋੜ੍ਹਾ ਕਰਕੇ ਇਸ ਨੂੰ ਲਿਖਦੇ ਗਏ। ਇਸ ਤਰ੍ਹਾਂ ਬੂੰਦ ਬੂੰਦ ਤੋਂ ਸਮੁੰਦਰ ਵਾਂਗ ਇਹ ਮਹਾਨ ਕਾਰਜ ਸੰਪੂਰਨ ਹੋ ਸਕਿਆ। ਉਹਨਾਂ ਮੁਬਾਰਕ ਹੱਥਾਂ ਨੂੰ ਵੀ ਦਾਤ ਦੇਣੀ ਬਣਦੀ ਹੈ ਜਿਨ੍ਹਾਂ ਕਰਕੇ ਅਰਬੀ ਕੈਲੀਗ੍ਰਾਫੀ ਦਾ ਇਹ ਬਿਹਤਰੀਨ ਨਮੂਨਾ ਅਸੀਂ ਦੇਖ ਰਹੇ ਹਾਂ। ਇਹ ਕਿਸੇ ਪੈਨ, ਸਕੈਚ ਜਾਂ ਮਾਰਕਰ ਨਾਲ ਨਹੀਂ ਲਿਖਿਆ ਗਿਆ। ਇਹ ਤਾਂ ਕਾਨੇ ਦੀ ਕਲਮ ਅਤੇ ਲਾਲ ਕਾਲੀ ਸਿਆਹੀ ਦੇ ਸੁਮੇਲ ਨਾਲ ਲਿਖਿਆ ਅਰਬੀ ਸੁਲੇਖ ਹੈ। ਅਕਲ ਹੈਰਾਨ ਰਹਿ ਜਾਂਦੀ ਹੈ ਕਿ ਕਲਮ ਨੇ ਲੱਖਾਂ ਵਾਰ ਦਵਾਤ ਵਿੱਚ ਡੋਪੇ ਲਗਾਏ, ਕਾਗਜ਼ ਤੇ ਚੱਲੀ, ਕਈ ਵਾਰ ਕਸੀ, ਘੜੀ ਅਤੇ ਬਦਲੀ ਗਈ, ਤਦ ਜਾ ਕੇ ਕਿਤੇ ਇਹ ਕੰਮ ਮੁਕੰਮਲ ਹੋਇਆ। ਸਾਡੇ ਵਤਨ ਭਾਰਤ ਵਿੱਚ ਅਜਿਹੀਆਂ ਨਾਯਾਬ ਤੇ ਦੁਰਲਭ ਨੁਸਖਿਆਂ ਦੀ ਕੋਈ ਘਾਟ ਤਾਂ ਨਹੀਂ ਹੈ, ਪਰ ਫਿਰ ਵੀ ਅਜਿਹੇ ਕੁਸ਼ਲ ਤੇ ਹੁਨਰਮੰਦ ਹੱਥਾਂ ਬਾਰੇ ਸੋਚ ਕੇ ਅਕਲ ਦੰਗ ਰਹਿ ਜਾਂਦੀ ਹੈ। ਮੀਆਂ ਸਾਹਿਬ ਨੇ ਬੜੇ ਸਮਰਪਣ, ਜਜ਼ਬੇ, ਹੌਸਲੇ ਅਤੇ ਲਗਨ ਨਾਲ ਇਹ ਕੰਮ ਨੇਪਰੇ ਚਾੜਿਆ ਜੋ ਸਦੀਆਂ ਗੁਜ਼ਰ ਜਾਣ ਮਗਰੋਂ ਵੀ ਉਹਨਾਂ ਦੀ ਇੱਕ ਯਾਦਗਾਰ ਵਜੋਂ ਸਾਡੇ ਕੋਲ ਸੁਰੱਖਿਅਤ ਹੈ। ਇਹ ਉਹਨਾਂ ਲਈ ਸਦਕਾਏ ਜਾਰੀਆ ਤਾਂ ਹੈ ਹੀ, ਪਰ ਨਾਲੋਂ ਨਾਲ ਉਹਨਾਂ ਦੁਆਰਾ ਨਿਭਾਈ ਦੀਨ ਦੀ ਇੱਕ ਬਹੁਤ ਵੱਡੀ ਸੇਵਾ ਵੀ ਹੈ ਜਿਸ ਦਾ ਅਜਰ ਉਸ ਮਾਲਿਕੇ ਹਕੀਕੀ ਤੋਂ ਛੁੱਟ ਕੋਈ ਨਹੀਂ ਦੇ ਸਕਦਾ। ਪਵਿੱਤਰ ਕੁਰਾਨ ਸ਼ਰੀਫ ਦਾ ਇਹ ਨੁਸਖਾ 1857 ਈਸਵੀ ਦੇ ਵਿਦਰੋਹ ਤੋਂ 29 ਸਾਲ ਪਹਿਲਾਂ ਲਿਖਿਆ ਗਿਆ। ਇਹ ਉਹ ਜ਼ਮਾਨਾ ਸੀ ਜਦੋਂ ਭਾਰਤ ਵਿੱਚ ਅੰਗਰੇਜ਼ਾਂ ਦਾ ਅਮਲ ਦਖਲ ਵੱਧ ਰਿਹਾ ਸੀ। ਭਾਰਤ ਦੀਆਂ ਬਹੁਤ ਸਾਰੀਆਂ ਅਖਬਾਰਾਂ ਇਸ ਨੁਸਖੇ ਦੀ ਪ੍ਰਕਾਸ਼ਨਾ ਤੋਂ ਬਾਅਦ ਹੀ ਛਪਣੀਆਂ ਸ਼ੁਰੂ ਹੋਈਆਂ। ਇੰਜ ਅੰਦਾਜ਼ਾ ਲਗਾਉਣਾ ਆਸਾਨ ਹੋ ਜਾਂਦਾ ਹੈ ਕਿ ਇਹ ਨੁਸਖਾ ਕਿੰਨਾ ਕੁ ਪੁਰਾਣਾ ਹੋਵੇਗਾ। ਚਾਹੇ ਮੀਆਂ ਸਾਹਿਬ ਨੇ ਕਿਸੇ ਵਿਦਿਅਕ ਸੰਸਥਾ ਤੋਂ ਡਿਗਰੀ ਜਾਂ ਸਨਦ ਤਾਂ ਹਾਸਿਲ ਨਹੀਂ ਕੀਤੀ ਸੀ, ਪਰ ਫਿਰ ਵੀ ਆਪਣੀ ਸਮਰੱਥਾ ਅਨੁਸਾਰ ਜਿੰਨਾ ਤੇ ਜਿਵੇਂ ਹੋ ਸਕਦਾ ਸੀ ਇਸ ਅਜ਼ੀਮ ਕਾਰੇ ਖੈਰ ਵਿੱਚ ਆਪਣਾ ਯੋਗਦਾਨ ਪਾਇਆ। ਉਸ ਜ਼ਮਾਨੇ ਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦੇ ਮਦਰਸੇ ਵਗੈਰਾ ਜਿਹੜੇ ਆਮ ਹੈਗੇ ਦਾ ਕੋਈ ਪ੍ਰਚਲਨ ਨਹੀਂ ਸੀ। ਤਾਂ ਇਹ ਜਿਹੜਾ ਕੋਈ ਪ੍ਰੇਰਣਾ ਉਹਨਾਂ ਨੂੰ ਕਿਸੇ ਨੁਸਖੇ ਤੋਂ ਦੇਖ ਕੇ ਉਹਨਾਂ ਨੇ ਨਕਲ ਕੀਤੀ ਹੋਵੇਗੀ। ਭਾਵੇਂ ਇਹ ਕੁਰਾਨ ਸ਼ਰੀਫ ਕਿਸੇ ਨਮੂਨੇ ਨੂੰ ਸਾਹਮਣੇ ਰੱਖ ਕੇ ਉਸ ਦਾ ਉਤਾਰਾ ਹੈ, ਪਰ ਅੱਖਰਾਂ ਨੂੰ ਇੰਜ ਮੋਤੀਆਂ ਵਾਂਗ ਇੱਕ ਲੜੀ ਵਿੱਚ ਪਰੋਣਾ ਵੀ ਕਿਸੇ ਸਧਾਰਨ ਬੰਦੇ ਦੇ ਵੱਸ ਦਾ ਕੰਮ ਨਹੀਂ ਹੈ। ਮੀਆਂ ਸਾਹਿਬ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਸ ਮੁਤਾਬਿਕ ਉਹ ਪੇਸ਼ੇਵਰ ਲਿਖਾਰੀ ਤਾਂ ਨਹੀਂ ਸਨ, ਪਰ ਅਭਿਆਸ ਨਾਲ ਸੁਲੇਖ ਕਲਾ ਦੇ ਮਾਹਿਰ ਹੋ ਗਏ ਸਨ। ਉਹਨਾਂ ਨੇ ਆਪਣੀ ਇਸ ਕਲਾ ਨੂੰ ਆਪਣੇ ਤੱਕ ਹੀ ਸੀਮਿਤ ਨਹੀਂ ਰੱਖਿਆ, ਸਗੋਂ ਆਪਣੀ ਕਲਾ ਨੂੰ ਦੂਜਿਆਂ ਲਈ ਵੀ ਨਫਾ ਬਖਸ਼ ਬਣਾ ਗਏ। ਵਾਲਿਦ ਸਾਹਿਬ ਕਿਹਾ ਕਰਦੇ ਸੀ ਕਿ ਦਾਦਾ ਜਾਨ ਇੱਕ ਵਾਲੀ ਸਿਫਤ ਆਦਮੀ ਸੀ। ਉਹਨਾਂ ਕੋਲ ਰਾਤ ਦੇ ਵਿੱਚ, ਕਿਉਂਕਿ ਦਾਦਾ ਜਾਨ ਵਾਲਿਦ ਸਾਹਿਬ ਬਚਪਨ ਦੇ ਵਿੱਚ ਦਾਦਾ ਜਾਨ ਕੋਈ ਸੁਣਦੇ ਸੀ ਅਕਸਰ ਰਾਤ ਨੂੰ, ਤਾਂ ਉਹਨਾਂ ਕੋਲ ਇੱਕ ਕੋਈ ਵਲੀ ਸਿਫਤ ਆਦਮੀ ਜਿਹੜਾ ਕਿ ਸਾਡੇ ਪਿੰਡ ਤੋਂ ਕੋਈ 12 ਕਿਲੋਮੀਟਰ ਦੂਰ ਸੀ, ਉਹ ਰਾਤ ਨੂੰ ਆਉਂਦੇ ਸੀ ਔਰ ਫਜਰ ਦੀ ਨਮਾਜ਼ ਤੋਂ ਪਹਿਲਾਂ ਹੀ ਉਹ ਵਾਪਸ ਚਲੇ ਜਾਂਦੇ ਸੀ। ਉਸ ਜ਼ਮਾਨੇ ਦੇ ਵਿੱਚ ਇਕੱਲਾ ਇੰਨਾ ਸਫ਼ਰ ਕਰਨਾ ਸੌਖਾ ਨਹੀਂ ਸੀ, ਤਾਂ ਉਹ ਕਹਿੰਦੇ ਸੀ ਉਹਨਾਂ ਦੇ ਨਾਲ ਕੋਈ ਮੁਵੱਕਲ ਸੀ ਜਿਹੜਾ ਉਹਨਾਂ ਦੇ ਨਾਲ ਉਹਦਾ ਸਫ਼ਰ ਕਰਦਾ ਸੀ। ਤਾਂ ਉਮੀਦ ਹੈ ਕਿ ਉਸੇ ਦਾ ਸਿੱਟਾ ਜਿਹੜਾ ਉਹਨਾਂ ਨੇ ਲਿਖਿਆ। 2 ਸਦੀਆਂ ਦੇ ਲੰਬੇ ਸਫ਼ਰ ਤੋਂ ਬਾਅਦ ਵੀ ਇਸ ਦੇ ਅੱਖਰਾਂ ਦੀ ਰੰਗਤ ਅਤੇ ਸਿਆਹੀ ਦਾ ਗੂੜਾਪਣ ਬਰਕਰਾਰ ਹੈ, ਪਰ ਵਰਕਿਆਂ ਦਾ ਰੰਗ ਜ਼ਰਾ ਪੀਲਾ ਪੈ ਰਿਹਾ ਹੈ। 114 ਸੂਰਤਾਂ ਤੇ ਆਧਾਰਿਤ ਇਸ ਕੁਰਾਨ ਸ਼ਰੀਫ ਦੇ ਕੁੱਲ 653 ਪੰਨੇ ਹਨ। ਇਸ ਦੀ ਲੰਬਾਈ 290 ਮਿਲੀਮੀਟਰ ਹੈ, ਚੌੜਾਈ 230 ਮਿਲੀਮੀਟਰ ਅਤੇ ਵਜ਼ਨ 1 ਕਿਲੋ 850 ਗ੍ਰਾਮ ਹੈ। ਇਸ ਪਵਿੱਤਰ ਕੁਰਾਨ ਸ਼ਰੀਫ ਨੂੰ ਲਿਖਣਾ ਤਾਂ ਕਮਾਲ ਹੈ ਹੀ, ਪਰ ਇਸ ਤੋਂ ਵੀ ਵੱਡਾ ਕਮਾਲ ਇਸ ਨੂੰ ਸਾਂਭਣਾ ਹੈ। 19ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਮੁਕੰਮਲ ਹੋਇਆ ਇਹ ਕੁਰਾਨ ਸ਼ਰੀਫ ਅੱਜ 21ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਪਹੁੰਚ ਗਿਆ ਹੈ, ਜੋ ਕਰੀਬ 2 ਸਦੀਆਂ ਦਾ ਸਫ਼ਰ ਤੈਅ ਕਰ ਚੁੱਕਾ ਹੈ ਅਤੇ ਸੰਬੰਧਿਤ ਪਰਿਵਾਰ ਦੀਆਂ 5 ਪੁਸ਼ਤਾਂ ਨੂੰ ਇਸ ਦੇ ਦਰਸ਼ਨ ਦੀਦਾਰਾਂ ਦਾ ਮਾਣ ਹਾਸਿਲ ਹੈ।